ਪਾਠ ਨੰਬਰ 11 ਭਾਰਤ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ। ਇਸ ਤੋਂ ਪਹਿਲਾਂ ਅਸੀਂ ਪੁਰਾਤਨ ਪੱਥਰ ਯੁੱਗ, ਮੱਧ ਪੱਥਰ ਯੁੱਗ ਅਤੇ ਨਵੇਂ ਪੱਥਰ ਯੁੱਗ ਬਾਰੇ ਪੜ੍ਹਿਆ। ਫਿਰ ਵੈਦਿਕ ਕਾਲ, ਫਿਰ ਸਿੰਧ ਘਾਟੀ ਸਭਿਅਤਾ। ਤਾਂ ਪਾਠ ਨੰਬਰ 11 ਦੇ ਵਿੱਚ ਭਾਰਤ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ ਜੋ ਕੁਝ ਹੋਇਆ ਉਹ ਪੜ੍ਹਾਂਗੇ। ਜਨਪਦ ਅਤੇ ਮਹਾਜਨਪਦ। ਸਭ ਤੋਂ ਪਹਿਲਾਂ ਪੱਥਰ ਯੁੱਗ ਦੇ ਵਿੱਚ ਕੋਈ ਪੱਕਾ ਰਹਿਣ ਸਹਿਣ ਨਹੀਂ ਸੀ। ਹੌਲੀ ਹੌਲੀ ਫਿਰ ਕਬੀਲੇ ਹੋਂਦ ਵਿੱਚ ਆਏ। ਕਬੀਲਿਆਂ ਤੋਂ ਬਣਦਾ ਹੈ ਜਨਪਦ। ਜੋ ਜਿਸ ਦਾ ਖੇਤਰਫਲ ਜ਼ਿਆਦਾ ਹੋ ਜਾਂਦਾ ਹੈ ਉਸ ਨੂੰ ਅਸੀਂ ਮਹਾਜਨਪਦ ਕਹਿੰਦੇ ਹਾਂ। ਉੱਤਰੀ ਭਾਰਤ ਵਿੱਚ 600 ਈਸਵੀ ਪੂਰਵ ਦੇ ਲਗਭਗ ਕਈ ਗਣਤੰਤਰ ਹੁੰਦਾ ਗਾ, ਜਿੱਥੋਂ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਜਿਵੇਂ ਸਾਡੇ ਆਪਣੇ ਭਾਰਤ ਵਿੱਚ ਭਾਰਤ ਇੱਕ ਲੋਕਤੰਤਰੀ ਗਣਤੰਤਰ ਹੈ, ਕਿਉਂਕਿ ਸਾਡੇ ਦੇਸ਼ ਦਾ ਮੁਖੀਆ ਹੈ, ਸੰਵਿਧਾਨਕ ਮੁਖੀਆ, ਉਹ ਹੈ ਰਾਸ਼ਟਰਪਤੀ। ਉਸ ਦੀ ਚੋਣ ਅਪਰਤੱਖ ਰੂਪ ਵਿੱਚ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਰਾਜਤੰਤਰ ਵਿੱਚ ਹੁੰਦਾ ਗਾ ਰਾਜੇ ਦੀ ਚੋਣ ਲੋਕਾਂ ਦੁਆਰਾ ਨਹੀਂ, ਸਗੋਂ ਰਾਜ ਆਪ ਆਪਣੇ ਬਲ ਦੇ ਉੱਤੇ ਲੋਕਾਂ ਉੱਤੇ ਰਾਜ ਕਰਦਾ ਹੈ ਅਤੇ ਅੱਗੇ ਉਸ ਦਾ ਪੁੱਤਰ ਉਸ ਦਾ ਉੱਤਰਾਧਿਕਾਰੀ ਬਣਦਾ ਹੈ। ਜਿਸ ਦੇ ਨਾਲ ਹੀ ਭਾਰਤੀ ਇਤਿਹਾਸ ਦੇ ਇੱਕ ਮਹੱਤਵਪੂਰਨ ਯੁੱਗ ਦਾ ਆਰੰਭ ਹੋਇਆ। ਇਹਨਾਂ ਵਿੱਚੋਂ ਜ਼ਿਆਦਾ ਤਾਕਤਵਰ ਰਾਜਾਂ ਨੂੰ ਮਹਾਜਨਪਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬੋਧੀ ਅਤੇ ਜੈਨ ਸਾਹਿਤ ਵਿੱਚ ਇਹਨਾਂ ਦੀ ਗਿਣਤੀ 16 ਦੱਸੀ ਗਈ ਹੈ। ਇਸ ਲਈ ਇਹਨਾਂ ਨੂੰ 16 ਜਨਪਦ ਜਾਂ ਸੋਡਸ ਜਨਪਦ ਦਾ ਨਾਮ ਦਿੱਤਾ ਗਿਆ ਹੈ। ਇਹਨਾਂ 16 ਮਹਾਜਨਪਦਾਂ ਵਿੱਚੋਂ ਕਾਸ਼ੀ, ਕੌਸ਼ਲ, ਅੰਗ, ਬਤਸ, ਅਵੰਤੀ ਅਤੇ ਮਗਧ ਜ਼ਿਆਦਾ ਮਹੱਤਵਪੂਰਨ ਮਹਾਜਨਪਦ ਸਨ। ਇਹਨਾਂ ਦੀਆਂ ਰਾਜਧਾਨੀਆਂ ਕ੍ਰਮਵਾਰ, ਜਿਵੇਂ ਕਾਸ਼ੀ ਦੀ ਰਾਜਧਾਨੀ ਸੀ ਵਾਰਾਣਸੀ, ਕੌਸ਼ਲ ਦੀ ਸੀ ਅਯੁੱਧਿਆ ਜਾਂ ਸਕੇਤ, ਅੰਗ ਦੀ ਚੰਪਾ, ਬਤਸ ਦੀ ਕੌਸੰਬੀ, ਅਵੰਤੀ ਦੀ ਉਜੈਨ, ਮਗਧ ਦੀ ਰਾਜਗ੍ਰਹਿ। ਜੋ ਮਗਧ ਮਹਾਜਨਪਦ ਹੈ, ਇਸ ਦੀ ਰਾਜਧਾਨੀਆਂ ਸਮੇਂ ਦੇ ਅਨੁਸਾਰ ਬਦਲਦੀਆਂ ਰਹੀਆਂ। ਇਹਦੇ ਸਾਡੇ 16 ਮੁੱਖ ਮਹਾਜਨਪਦ ਦਿੱਤੇ ਹੋਏ ਹਨ। ਇਹਨਾਂ ਦੀ ਰਾਜਧਾਨੀ, ਇਹਨਾਂ ਦਾ ਖੇਤਰ, ਕਿਸ ਦੇ ਸਮੇਂ ਇਹ ਜ਼ਿਆਦਾ ਸ਼ਕਤੀਸ਼ਾਲੀ ਸਨ, ਇਹਨਾਂ ਨੂੰ ਕਿਸ ਨੇ ਜਿੱਤਿਆ, ਇਹ ਸਾਰਾ ਕੁਝ 16 ਦੇ 16 ਮਹਾਜਨਪਦ ਕਿਸ ਤਰ੍ਹਾਂ ਯਾਦ ਕਰਨੇ ਨੇ, ਇਹਨਾਂ ਦੇ ਬਾਰੇ ਇੱਕ ਵੱਖਰੀ ਵੀਡੀਓ ਰਾਹੀਂ, ਇਸ ਤੋਂ ਅਗਲੀ ਵੀਡੀਓ ਰਾਹੀਂ ਇੱਕ ਹੋਰ ਲਿੰਕ ਭੇਜਾਂਗਾ ਤਾਂ ਜੋ ਤੁਹਾਨੂੰ ਉਹ ਇਕੱਲੀ ਇਹਨਾਂ 16 ਮਹਾਜਨਪਦਾਂ ਬਾਰੇ ਪਤਾ ਲੱਗ ਸਕੇ। ਗਣਰਾਜਾਂ ਵਿੱਚੋਂ ਮੱਲ ਅਤੇ ਵੰਜੀ, ਇਹ ਦੋ ਗਣਰਾਜ ਹੋਏ ਨੇ, ਮੱਲ ਅਤੇ ਵੰਜੀ। ਵੰਜੀ ਗਣਰਾਜ 8 ਕੁਲਾਂ ਦਾ ਸੰਘ ਸੀ। ਜੋ ਵੰਜੀ ਗਣਰਾਜ ਸੀ ਇਹ 8 ਕੁਲਾਂ ਨੂੰ ਮਿਲ ਕੇ ਬਣਿਆ ਸੀ। ਇਹਨਾਂ ਵਿੱਚੋਂ ਵਿਸ਼ਾਲੀ ਦੇ ਲਿਸ਼ਵੀ ਵੰਜੀ ਸੰਘ ਦੇ ਇੱਕ ਮਹੱਤਵਪੂਰਨ ਕੁਲ ਸਨ। ਬਾਕੀ ਜਨਪਦਾਂ ਵਿੱਚੋਂ ਕੁਰੂ, ਪੰਚਾਲ, ਮਤਸ, ਸੁਰਸੈਨ, ਅਸਮਕ, ਸ਼ੇਂਦੀ, ਗੰਧਾਰ ਅਤੇ ਕੰਪੋਜ਼ ਦੇ ਨਾਂ ਪ੍ਰਸਿੱਧ ਹਨ। ਇਹਨਾਂ ਰਾਜਾਂ ਵਿੱਚ ਆਪਸੀ ਵਿਆਹ ਦੇ ਰਿਸ਼ਤੇ ਹੁੰਦੇ ਸਨ, ਪਰੰਤੂ ਨਾਲ ਹੀ ਸ਼ਕਤੀ ਲਈ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਸਨ। ਇਹਨਾਂ ਦੇ ਆਪਸੀ ਵਿਆਹ ਸੰਬੰਧ ਵੀ ਸਨ, ਪਰ ਫਿਰ ਵੀ ਇੱਕ ਦੂਜੇ ਨੂੰ ਜਿੱਤਣ ਵਾਸਤੇ ਇਹ ਆਪਸ ਦੇ ਵਿੱਚ ਲੜਦੇ ਸਨ। ਜਿਵੇਂ ਕਿ ਹਰਿਅੰਕ ਵੰਸ਼ ਦੇ ਅਜਾਤਸ਼ਤਰੂ ਨੇ ਆਪਣੇ ਹੀ ਮਾਮੇ ਨੂੰ ਹਰਾਇਆ ਸੀ ਅਤੇ ਉਸ ਦੇ ਖੇਤਰ 'ਤੇ ਰਾਜ ਕੀਤਾ ਸੀ। ਇਹ ਅਸੀਂ ਅੱਗੇ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈ ਮਗਧ। ਸਾਰੇ ਜਨਪਦਾਂ ਵਿੱਚੋਂ ਮਗਧ, ਕੌਸ਼ਲ, ਬਤਸ ਅਤੇ ਅਵੰਤੀ ਜ਼ਿਆਦਾ ਸ਼ਕਤੀਸ਼ਾਲੀ ਸਨ। ਮਗਧ ਸਾਮਰਾਜ, ਜੋ ਕਿ ਵਰਤਮਾਨ ਬਿਹਾਰ ਦੇ ਗਿਆ ਅਤੇ ਪਟਨਾ ਦੇ ਖੇਤਰ ਵਿੱਚ ਸੀ। ਮਗਧ, ਕੌਸ਼ਲ, ਬਤਸ ਅਤੇ ਅਵੰਤੀ, ਜਿਸ ਵਿੱਚ ਬਿਹਾਰ ਪ੍ਰਾਂਤ ਦੇ ਗਿਆ ਅਤੇ ਪਟਨਾ ਦੇ ਇਲਾਕੇ ਸ਼ਾਮਿਲ ਸਨ। ਉਹ ਹਰਿਅੰਕ ਵੰਸ਼ ਦੇ ਰਾਜਾ ਬਿੰਬੀਸਾਰ ਦੇ ਰਾਜਕਾਲ ਵਿੱਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਬਣ ਗਿਆ ਸੀ। ਜੋ ਮਗਧ ਮਹਾਜਨਪਦ ਸੀ ਉਹ ਹਰਿਅੰਕ ਵੰਸ਼ ਦੇ ਬਿੰਬੀਸਾਰ ਦੇ ਰਾਜ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਬਣ ਗਿਆ ਸੀ। ਇਹ ਜੋ 16 ਮਹਾਜਨਪਦ ਨੇ, ਇਹਨਾਂ ਦਾ ਖੇਤਰ ਸਾਰਾ ਕੁਝ ਅਸੀਂ ਅਗਲੀ ਵੀਡੀਓ ਰਾਹੀਂ ਕਰਾਂਗੇ। ਬਿੰਬੀਸਾਰ ਨੇ 543 ਤੋਂ ਲੈ ਕੇ 492 ਈਸਵੀ ਪੂਰਵ ਤੱਕ ਰਾਜ ਕੀਤਾ। ਉਹ ਮਹਾਤਮਾ ਬੁੱਧ ਦਾ ਸਮਕਾਲੀ ਸੀ। ਜੋ ਬਿੰਬੀਸਾਰ ਸੀ ਉਹ ਮਹਾਤਮਾ ਬੁੱਧ ਦਾ ਸਮਕਾਲੀ ਸੀ। ਉਸ ਦੀ ਰਾਜਧਾਨੀ ਨਾਲੰਦਾ ਦੇ ਨੇੜੇ ਰਾਜਗ੍ਰਹਿ ਸੀ। ਉਸ ਦੀ ਰਾਜਧਾਨੀ ਨਾਲੰਦਾ ਵਿਸ਼ਵ ਵਿਦਿਆਲਿਆ ਬਹੁਤ ਮਸ਼ਹੂਰ ਹੋਇਆ। ਉਸ ਦੇ ਨੇੜੇ ਰਾਜਗ੍ਰਹਿ ਸੀ। ਉਸ ਦੇ ਪੁੱਤਰ
ਅਜਾਤਸ਼ਤਰੂ ਨੇ ਕਾਸ਼ੀ, ਕੌਸ਼ਲ ਅਤੇ ਵਿਸ਼ਾਲੀ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕੀਤਾ ਸੀ। ਜੋ ਬਿੰਬੀਸਾਰ ਸੀ, ਬਿੰਬੀਸਾਰ ਨੇ ਅੰਗ, ਜਿਸ ਦੀ ਰਾਜਧਾਨੀ ਚੰਪਾ ਸੀ, ਨੂੰ ਜਿੱਤਿਆ ਸੀ। ਤੇ ਅੱਗੋਂ ਉਸ ਦਾ ਪੁੱਤਰ ਅਜਾਤਸ਼ਤਰੂ, ਉਸਨੇ ਕਾਸ਼ੀ, ਵਿਸ਼ਾਲੀ ਅਤੇ ਕੌਸ਼ਲ ਨੂੰ ਵੀ ਹਰਾ ਕੇ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਉਸਨੇ ਆਪਣੀ ਨਵੀਂ ਰਾਜਧਾਨੀ ਪਾਟਲੀਪੁੱਤਰ ਬਣਾਈ। ਬਿੰਬੀਸਾਰ ਦੀ ਰਾਜਧਾਨੀ ਸੀ ਰਾਜਗ੍ਰਹਿ, ਅਤੇ ਜੋ ਅਜਾਤਸ਼ਤਰੂ ਹੈ ਉਸ ਦੀ ਰਾਜਧਾਨੀ ਸੀ ਪਾਟਲੀਪੁੱਤਰ, ਵਰਤਮਾਨ ਪਟਨਾ। ਉਸਦੇ ਸਮੇਂ ਤੋਂ ਮਗਧ ਸਭ ਤੋਂ ਸ਼ਕਤੀਸ਼ਾਲੀ ਰਾਜ ਰਿਹਾ, ਜਿਸ ਬਾਰੇ ਅਸੀਂ ਅਗਲੇ ਪਾਠ ਵਿੱਚ ਪੜ੍ਹਾਂਗੇ। ਹੌਲੀ ਹੌਲੀ ਮਗਧ ਇੱਕ ਮਹਾਨ ਸਾਮਰਾਜ ਬਣ ਗਿਆ। ਅਜਾਤਸ਼ਤਰੂ ਨੇ 492 ਤੋਂ 460 ਈਸਵੀ ਪੂਰਵ ਤੱਕ ਰਾਜ ਕੀਤਾ। ਜੋ ਬਿੰਬੀਸਾਰ ਸੀ ਉਸਨੇ 543 ਈਸਵੀ ਪੂਰਵ ਤੋਂ 492 ਈਸਵੀ ਪੂਰਵ ਤੱਕ ਰਾਜ ਕੀਤਾ ਸੀ, ਅਤੇ ਅਜਾਤਸ਼ਤਰੂ ਨੇ 492 ਈਸਵੀ ਪੂਰਵ ਤੋਂ 460 ਈਸਵੀ ਪੂਰਵ ਤੱਕ ਰਾਜ ਕੀਤਾ ਸੀ। ਉਸ ਦੀ ਮੌਤ ਤੋਂ ਬਾਅਦ ਜੋ ਉਸਦੇ ਉੱਤਰਾਧਿਕਾਰੀ ਸਨ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸਨ, ਤਾਂ 414 ਈਸਵੀ ਪੂਰਵ ਵਿੱਚ ਸ਼ਿਸ਼ੁਨਾਗ ਨੇ ਹਰਿਅੰਕ ਵੰਸ਼ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਸ਼ਿਸ਼ੁਨਾਗ ਵੰਸ਼ ਦੀ ਨੀਂਹ ਰੱਖੀ ਸੀ। ਉਸ ਦੀ ਰਾਜਧਾਨੀ ਵੀ ਉਸਨੇ ਰਾਜਧਾਨੀ ਪਾਟਲੀਪੁੱਤਰ ਵਿਖੇ ਬਦਲ ਦਿੱਤੀ ਗਈ, ਅਤੇ ਉਹ ਵੀ ਆਪਣੀ ਰਾਜਧਾਨੀ ਉਸਨੇ ਵੀ ਪਾਟਲੀਪੁੱਤਰ ਨੂੰ ਬਣਾਇਆ ਸੀ। ਤਾਂ ਸ਼ਿਸ਼ੁਨਾਗ ਵੰਸ਼ ਤੋਂ ਬਾਅਦ ਨੰਦਾ ਨੇ ਸ਼ਿਸ਼ੁਨਾਗ ਵੰਸ਼ 'ਤੇ ਜਿੱਤ ਪ੍ਰਾਪਤ ਕੀਤੀ। ਦੇਖੋ, ਸਭ ਤੋਂ ਪਹਿਲਾਂ ਹਰਿਅੰਕ ਵੰਸ਼, ਉਸਦੇ ਮੁੱਖ ਰਾਜੇ ਬਿੰਬੀਸਾਰ ਅਤੇ ਅਜਾਤਸ਼ਤਰੂ, ਫਿਰ ਸ਼ਿਸ਼ੁਨਾਗ ਵੰਸ਼, ਅਤੇ ਉਸ ਤੋਂ ਬਾਅਦ ਨੰਦਾ ਨੇ ਸ਼ਿਸ਼ੁਨਾਗ ਵੰਸ਼ 'ਤੇ ਜਿੱਤ ਪ੍ਰਾਪਤ ਕੀਤੀ। ਮਹਾਪਦਮ ਨੰਦ ਵੰਸ਼ ਦਾ ਪ੍ਰਸਿੱਧ ਰਾਜਾ ਸੀ। ਨੰਦ ਰਾਜਿਆਂ ਨੇ ਸਾਰਾ ਗੰਗਾ ਦਾ ਮੈਦਾਨ ਆਪਣੇ ਅਧੀਨ ਕਰ ਲਿਆ ਸੀ। ਧਨਨੰਦ ਅਖੀਲਾ ਨੰਦ ਰਾਜਾ ਸੀ। ਉਸ ਕੋਲ 2 ਲੱਖ ਪੈਦਲ ਸੈਨਾ, 20,000 ਘੋੜਸਵਾਰ, 3,000 ਹਾਥੀ ਅਤੇ 2,000 ਰੱਥ ਸਨ। 2 ਲੱਖ ਪੈਦਲ ਸੈਨਾ, 20,000 ਘੋੜਸਵਾਰ, 3 ਲੱਖ ਹਾਥੀ ਅਤੇ 2,000, ਉਸਦੇ ਕੋਲ 2 ਲੱਖ ਪੈਦਲ ਸੈਨਾ, 20,000 ਘੋੜਸਵਾਰ, 3,000 ਹਾਥੀ ਅਤੇ 2,000 ਰੱਥ ਸਨ। ਸੈਨਾ ਦੀ ਇੰਨੀ ਸੰਖਿਆ ਹੋਣ ਦੇ ਬਾਵਜੂਦ ਵੀ ਉਹ ਆਪਣੀ ਪ੍ਰਜਾ ਵਿੱਚ ਹਰਮਨ ਪਿਆਰਾ ਨਹੀਂ ਸੀ। ਉਸ ਨੂੰ ਧਨ ਨਾਲ ਜ਼ਿਆਦਾ ਮੋਹ ਸੀ, ਜੋ ਉਸਨੇ ਲੋਕਾਂ ਤੋਂ ਵੱਧ ਟੈਕਸ ਲਗਾ ਕੇ ਇਕੱਠਾ ਕੀਤਾ ਸੀ। ਇਸ ਕਾਰਨ ਪ੍ਰਜਾ ਉਸ ਨੂੰ ਨਫ਼ਰਤ ਅਤੇ ਘਿਰਣਾ ਕਰਦੀ ਸੀ। ਉਸਦੀ ਪ੍ਰਜਾ ਉਸ ਨੂੰ ਨਫ਼ਰਤ ਅਤੇ ਘਿਰਣਾ ਕਰਦੀ ਸੀ। ਅਤੇ ਇਸ ਧਨਾਨੰਦ ਨੂੰ ਚੰਦਰਗੁਪਤ ਮੌਰਿਆ ਨੇ ਹਰਾਇਆ ਸੀ, ਜੋ ਅਸੀਂ ਅਗਲੇ ਪਾਠ ਵਿੱਚ ਪੜ੍ਹਾਂਗੇ। ਰਾਜਨੀਤਿਕ ਜੀਵਨ ਅਤੇ ਸ਼ਾਸਨ ਪ੍ਰਬੰਧ, ਪੋਲੀਟੀਕਲ ਲਾਈਫ। ਇਸ ਕਾਲ ਵਿੱਚ ਬਹੁਤ ਸਾਰੇ ਵੱਡੇ ਸ਼ਹਿਰਾਂ ਦੀ ਸਥਾਪਨਾ ਹੋਈ, ਜਿਨ੍ਹਾਂ ਨੂੰ ਪੁਰ, ਨਗਰ ਜਾਂ ਮਹਾਨਗਰ ਕਿਹਾ ਜਾਂਦਾ ਸੀ। ਪੁਰ, ਨਗਰ ਜਾਂ ਮਹਾਨਗਰ ਕਿਹਾ ਜਾਂਦਾ ਸੀ। ਵਾਰਾਣਸੀ, ਰਾਜਗ੍ਰਹਿ, ਸ਼ਰਾਵਸਤੀ, ਕੌਸਾਂਬੀ, ਵੈਸ਼ਾਲੀ, ਚੰਪਾ, ਉਜੈਨੀ, ਤਕਸ਼ੀਲਾ, ਅਯੋਧਿਆ, ਮਥੁਰਾ ਅਤੇ ਪਾਟਲੀਪੁੱਤਰ ਇਹਨਾਂ ਵਿੱਚੋਂ ਕੁਝ ਪ੍ਰਸਿੱਧ ਨਗਰ ਸਨ, ਜੋ ਕਿ 600 ਈਸਵੀ ਪੂਰਵ ਦੇ ਸਮੇਂ ਪ੍ਰਫੁੱਲਤ ਹੋਏ। ਇਹਨਾਂ ਸ਼ਹਿਰਾਂ ਦੀ ਸਥਾਪਨਾ ਹੋਣ ਦੇ ਕਾਰਨ ਇਸ ਕਾਲ ਨੂੰ ਦੂਜਾ ਨਗਰੀਕਰਨ ਕਿਹਾ ਜਾਂਦਾ ਸੀ। ਪਹਿਲਾ ਨਗਰੀਕਰਨ ਸਿੰਧ ਘਾਟੀ ਦੀ ਸਭਿਅਤਾ ਦੇ ਸਮੇਂ ਹੋਇਆ ਸੀ। ਜੋ ਪਹਿਲਾ ਸ਼ਹਿਰੀਕਰਨ ਹੋਇਆ ਸੀ ਉਹ ਸਿੰਧ ਘਾਟੀ ਦੀ ਸਭਿਅਤਾ ਸਮੇਂ ਹੋਇਆ ਸੀ, ਅਤੇ ਦੂਜਾ ਹੋਇਆ ਸੀ 600 ਈਸਵੀ ਪੂਰਵ ਦੇ ਸਮੇਂ। ਇਸ ਕਾਲ ਵਿੱਚ ਰਾਜਾ ਬਹੁਤ ਸ਼ਕਤੀਸ਼ਾਲੀ ਹੋ ਗਿਆ ਸੀ। ਉਹ ਲੜਾਈ ਸਮੇਂ ਸੈਨਾ ਦੀ ਅਗਵਾਈ ਆਪ ਕਰਦਾ ਸੀ। ਰਾਜ ਵਿੱਚ ਟੈਕਸ ਲਗਾਉਂਦਾ ਸੀ, ਜੋ ਕਿ ਉਸ ਦੀ ਆਮਦਨ ਦਾ ਸਾਧਨ ਸੀ, ਅਤੇ ਨਿਆਂ ਦਾ ਪ੍ਰਬੰਧ ਵੀ ਰਾਜਾ ਹੀ ਕਰਦਾ ਸੀ, ਭਾਵ ਸਾਰੀ ਸ਼ਕਤੀ ਰਾਜੇ ਦੇ ਇਰਦ ਗੁਰਦ ਘੁੰਮਦੀ ਸੀ। ਰਾਜਾ ਸ਼ਾਸਨ ਪ੍ਰਬੰਧ ਲਈ ਕਈ ਅਧਿਕਾਰੀਆਂ ਦੀ ਸਹਾਇਤਾ ਲੈਂਦਾ ਸੀ। ਉਸ ਦੀ ਇੱਕ ਮੰਤਰੀ ਪਰਿਸ਼ਦ ਹੁੰਦੀ ਸੀ, ਜਿਵੇਂ ਸਾਡੇ ਵਰਤਮਾਨ ਸਮੇਂ ਸਾਡਾ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਮੰਡਲ PM ਐਂਡ ਉਸ ਦਾ ਕੈਬਨਿਟ ਹੁੰਦਾ ਗਾ। ਇਸੇ ਤਰ੍ਹਾਂ ਉਸ ਦੀ ਵੀ ਇੱਕ ਮੰਤਰੀ ਪਰਿਸ਼ਦ ਹੁੰਦੀ ਸੀ। ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਮੰਤਰੀ ਪਰਿਸ਼ਦ ਕਹਿੰਦੇ ਹਾਂ ਜਾਂ ਕੈਬਨਿਟ ਮੰਤਰੀ ਕਹਿੰਦੇ ਹਾਂ, ਮੰਤਰੀਆਂ ਨੂੰ ਉਸ ਸਮੇਂ ਅਮਾਤਿਆ ਵੀ ਕਿਹਾ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਅਸੀਂ ਕੈਬਨਿਟ ਮੰਤਰੀ ਕਹਿੰਦੇ ਹਾਂ, ਤਾਂ ਉਸ ਸਮੇਂ ਮੰਤਰੀਆਂ ਨੂੰ ਅਮਾਤਿਆ ਕਹਿੰਦੇ ਸਨ। ਪੁਰੋਹਿਤ ਸੀ, ਉਹਦਾ ਕੰਮ ਕੀ ਸੀ? ਧਾਰਮਿਕ ਸਲਾਹਕਾਰ। ਸੈਨਾਪਤੀ ਸੰਗ੍ਰਹਿਤ ਕਹਿੰਦੇ ਖਜ਼ਾਨਚੀ ਨੂੰ। ਚੇਰ
ਉਸ ਸਮੇਂ ਕਿਉਂਕਿ ਰਾਜੇ ਨੂੰ ਡਰ ਹੁੰਦਾ ਸੀ ਕਿ ਕਦੇ ਉਸ ਦੇ ਵਿਰੁੱਧ ਕੋਈ ਭੜਕ ਨਾ ਜਾਵੇ, ਤਾਂ ਉਸਨੇ ਜਾਸੂਸ ਵੀ ਰੱਖੇ ਹੋਏ ਸਨ। ਤਾਂ ਜੋ ਜਾਸੂਸ ਸੀ ਉਸ ਸਮੇਂ ਉਹਨਾਂ ਨੂੰ ਚੇਰ ਕਿਹਾ ਜਾਂਦਾ, ਚੇਰ। ਪਿੰਡ ਦਾ ਮੁਖੀਆ, ਜਿਵੇਂ ਅੱਜ ਕੱਲ੍ਹ ਅਸੀਂ ਸਰਪੰਚ ਕਹਿੰਦੇ ਹਾਂ, ਤਾਂ ਪਿੰਡ ਦਾ ਮੁਖੀਆ ਗ੍ਰਾਮਣੀ ਹੁੰਦਾ ਸੀ। ਇਹ ਸੀ ਉਸ ਸਮੇਂ ਦੀ ਰਾਜਨੀਤਿਕ ਅਵਸਥਾ, ਭਾਵ ਰਾਜਾ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਉਹੀ ਸਾਰੇ ਕੰਮ ਕਰਦਾ ਸੀ, ਨਿਆਂ ਦਾ ਪ੍ਰਬੰਧ ਵੀ ਆਪ ਕਰਦਾ ਸੀ। ਜਿਸ ਤਰ੍ਹਾਂ ਸਾਡੇ ਅੱਜ ਕੱਲ੍ਹ ਮੰਤਰੀ ਪਰਿਸ਼ਦ ਹੈ, ਕੈਬਨਿਟ ਮੰਤਰੀ ਹੁੰਦੇ ਨੇ, ਉਸੇ ਤਰ੍ਹਾਂ ਉਸ ਸਮੇਂ ਵੀ ਮੰਤਰੀ ਪਰਿਸ਼ਦ ਹੁੰਦੇ ਸੀ। ਜੋ ਮੰਤਰੀ ਸਨ ਉਹਨਾਂ ਨੂੰ ਅਮਾਤਿਆ ਕਿਹਾ ਜਾਂਦਾ ਸੀ, ਅਤੇ ਉਹਨਾਂ ਨੇ ਜਾਸੂਸ ਵੀ ਰੱਖੇ ਹੋਏ ਸਨ। ਕਿਉਂਕਿ ਰਾਜੇ ਦੀ ਸ਼ਕਤੀ ਵੱਧ ਗਈ ਸੀ ਤਾਂ ਜਾਸੂਸ ਵੀ ਰੱਖੇ ਹੋਏ ਸਨ, ਜਿਸ ਨੂੰ ਚੇਰ ਕਿਹਾ ਜਾਂਦਾ ਸੀ। ਸਮਾਜਿਕ ਜੀਵਨ, ਸੋਸ਼ਲ ਲਾਈਫ। ਇਸ ਕਾਲ ਵਿੱਚ ਸਮਾਜ ਮੁੱਖ ਤੌਰ 'ਤੇ 4 ਜਾਤੀਆਂ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਖੱਤਰੀ, ਵੈਸ ਅਤੇ ਸ਼ੂਦਰ। ਇਹਨਾਂ ਤੋਂ ਇਲਾਵਾ ਕਿੱਤੇ ਅਨੁਸਾਰ ਹੋਰ ਬਹੁਤ ਸਾਰੀਆਂ ਉਪਜਾਤੀਆਂ ਵੀ ਸਨ, ਜਿਵੇਂ ਤਰਖਾਣ, ਲੁਹਾਰ, ਰਥਕਾਰ, ਸੁਨਾਰ, ਘੁਮਿਆਰ, ਤੇਲੀ ਆਦਿ। ਇਹ ਸਾਰੀਆਂ ਉਪਜਾਤੀਆਂ ਸਨ। ਜਾਤੀ ਜਨਮ ਦੇ ਆਧਾਰ 'ਤੇ ਹੋ ਗਈ ਸੀ। ਜਿਵੇਂ ਮੁੱਢਲੇ ਆਰੰਭਿਕ ਵੈਦਿਕ ਕਾਲ ਦੇ ਵਿੱਚ ਜੋ ਜਾਤੀ ਪ੍ਰਥਾ ਸੀ ਉਹ ਸੀਗੀ ਕੰਮ ਦੇ ਆਧਾਰਿਤ, ਅਤੇ ਉੱਤਰ ਵੈਦਿਕ ਕਾਲ ਵਿੱਚ ਜਾ ਕੇ ਜਾਤੀ ਪ੍ਰਥਾ ਹੋ ਗਈ ਸੀ ਜਨਮ ਦੇ ਆਧਾਰ 'ਤੇ। ਤਾਂ ਇਸ ਸਮੇਂ ਜੋ ਜਾਤੀ ਪ੍ਰਥਾ ਸੀ ਉਹ ਜਨਮ ਦੇ ਆਧਾਰ 'ਤੇ ਹੋ ਗਈ ਸੀ। ਵੈਦਿਕ ਕਾਲ ਦੇ ਮੁਕਾਬਲੇ ਵਿੱਚ ਇਸ ਸਮੇਂ ਜਾਤੀ ਪ੍ਰਥਾ ਕਠੋਰ ਹੋ ਗਈ ਸੀ। ਜੋ ਸ਼ੂਦਰ ਸੀ, ਚੌਥੇ ਦਰਜਾ, ਉਹਨਾਂ ਦੀ ਦਸ਼ਾ ਬਹੁਤ ਖਰਾਬ ਹੋ ਗਈ ਸੀ। ਉਹਨਾਂ ਦਾ ਸਮਾਜਿਕ ਦਰਜਾ ਬਹੁਤ ਗਿਰ ਗਿਆ ਸੀ। ਮਹਾਤਮਾ ਬੁੱਧ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਲੋਕ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਹਿੰਦੇ ਸਨ। ਉਹਨਾਂ ਦੁਆਰਾ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਨਾਂ ਤਰ੍ਹਾਂ ਦਾ ਭੋਜਨ ਕੀਤਾ ਜਾਂਦਾ ਸੀ। ਜਿਵੇਂ ਸਿੱਧ ਘਾਟੀ ਸੱਭਿਅਤਾ ਦੇ ਲੋਕ ਸੀ ਉਹ ਸ਼ਹਿਰੀ ਲੋਕ ਸਨ। ਵੈਦਿਕ ਕਾਲ ਪੇਂਡੂ, ਪਰ ਇਹ ਮਿਕਸ ਸੀ, ਇਹ ਸ਼ਹਿਰੀ ਵੀ ਸੀ ਅਤੇ ਪੇਂਡੂ ਵੀ ਸੀ। ਹਰੇਕ ਵਿਅਕਤੀ ਤੋਂ ਇਹ ਆਸ ਕੀਤੀ ਜਾਂਦੀ ਸੀ ਉਹ ਜੀਵਨ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਦਾ ਪਾਲਣ ਕਰੇ। ਮਨੁੱਖ ਦੇ ਜੀਵਨ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਿਨ੍ਹਾਂ ਨੂੰ ਆਸ਼ਰਮ ਕਿਹਾ ਜਾਂਦਾ ਸੀ। ਜੋ ਮਨੁੱਖ ਦਾ ਜੀਵਨ ਸੀ ਉਸ ਨੂੰ 4 ਭਾਗਾਂ 'ਚ 25-25 ਸਾਲਾਂ ਦੇ। ਤਾਂ ਪਹਿਲੇ 25 ਸਾਲ ਨੂੰ ਕਹਿੰਦੇ ਸੀ ਬ੍ਰਹਮਚਰਿਆ, ਵਿਦਿਆਰਥੀ ਜੀਵਨ, ਭਾਵ ਸਟੱਡੀ ਕਰੂਗਾ ਉਹ, ਸਟੂਡੈਂਟ ਲਾਈਫ। ਗ੍ਰਹਿਸਥ, ਪਰਿਵਾਰਕ ਜੀਵਨ, ਫਿਰ ਵਿਆਹ ਵਗੈਰਾ ਕਰਾਵੇਗਾ, ਬਾਲ ਬੱਚੇ ਪੈਦਾ ਕਰੇਗਾ। ਤੀਸਰੀ ਵਾਨਪ੍ਰਸਥ, ਤਿਆਗਮਈ, ਉਹ ਪਰਿਵਾਰ ਦਾ ਤਿਆਗ ਕਰੇਗਾ। ਅਤੇ ਚੌਥੀ ਸੰਨਿਆਸ, 75 ਤੋਂ 100, ਉਹ ਬਿਲਕੁਲ ਪਰਿਵਾਰ ਵਗੈਰਾ ਛੱਡ ਕੇ ਕਿਸੇ ਜੰਗਲਾਂ ਵਿੱਚ ਜਾ ਕੇ ਰਹਿਣ ਲੱਗ ਜਾਏਗਾ ਅਤੇ ਉੱਥੇ ਆਪਣੀ ਜਾਨ ਦੇ ਦੇਗਾ। ਆਰਥਿਕ ਜੀਵਨ। ਇਸ ਕਾਲ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਲੋਕਾਂ ਦੇ ਮੁੱਖ ਕਿੱਤੇ ਸਨ। ਆਮ ਤੌਰ 'ਤੇ ਕਿਸਾਨ ਜ਼ਮੀਨ ਦਾ ਮਾਲਕ ਹੁੰਦਾ ਸੀ, ਭਾਵ ਜੋ ਕਿਸਾਨ ਸੀ ਜ਼ਮੀਨ ਦਾ ਮਾਲਕ ਉਹੀ ਹੁੰਦਾ ਸੀ। ਪਰ ਜਿਹੜੇ ਕਿਸਾਨਾਂ ਦੀ ਆਪਣੀ ਜ਼ਮੀਨ ਨਹੀਂ ਹੁੰਦੀ ਸੀ ਉਹ ਦੂਜਿਆਂ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਖੇਤਾਂ ਵਿੱਚ ਕਈ ਤਰ੍ਹਾਂ ਦੇ ਅਨਾਜ ਜਿਵੇਂ ਕਣਕ, ਚਾਵਲ, ਮੱਕੀ, ਬਾਜਰਾ ਅਤੇ ਜਵਾਰ ਉਗਾਏ ਜਾਂਦੇ ਸਨ। ਇਸ ਦੇ ਇਲਾਵਾ ਖੇਤਾਂ ਵਿੱਚ ਗੰਨਾ, ਤਿਲ, ਸਰੋਂ, ਦਾਲਾਂ ਅਤੇ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਵੀ ਪੈਦਾ ਕੀਤੀਆਂ ਜਾਂਦੀਆਂ ਸਨ। ਖੇਤੀਬਾੜੀ ਅਤੇ ਪਸ਼ੂ ਪਾਲਣਾ ਇਹਨਾਂ ਦਾ ਮੁੱਖ ਕਿੱਤਾ ਸੀ। ਹੋਰ ਕਿੱਤਿਆਂ ਵਿੱਚ ਸ਼ਿਲਪ ਅਤੇ ਵਪਾਰ, ਭਾਵ ਟ੍ਰੇਡ ਵੀ ਹੁੰਦਾ ਸੀ। ਲੱਕੜੀ ਦਾ ਕੰਮ, ਮਿੱਟੀ ਦੇ ਭਾਂਡੇ ਬਣਾਉਣਾ, ਸਾਰਾ ਕੁਝ ਹੋ ਗਿਆ ਸੀ। ਇਹ ਲੱਕੜੀ ਦਾ ਕੰਮ ਵੀ ਕਰਦੇ ਸਨ, ਮਿੱਟੀ ਦੇ ਭਾਂਡੇ ਬਣਾਉਣਾ, ਚਮੜੇ ਦਾ ਕੰਮ, ਕਤਾਈ ਅਤੇ ਬੁਣਾਈ, ਕਿਸ਼ਤੀਆਂ ਬਣਾਉਣਾ, ਹਾਰ ਬਣਾਉਣਾ, ਲੁਹਾਰ ਅਤੇ ਸੁਨਾਰ ਦਾ ਕੰਮ, ਹਾਥੀ ਦੰਦ ਦਾ ਕੰਮ ਅਤੇ ਹੋਰ ਅਨੇਕਾਂ ਕਿੱਤੇ ਲੋਕਾਂ ਦੁਆਰਾ ਕੀਤੇ ਜਾਂਦੇ ਸਨ। ਕੁਝ ਲੋਕ ਸ਼ਿਕਾਰ, ਮੱਛੀ ਫੜਨਾ, ਨਾਚ ਗਾਉਣਾ, ਨਾਟਕ ਅਤੇ ਛਪੇਰੇ ਦੇ ਕੰਮ ਦੁਆਰਾ ਵੀ ਆਪਣਾ ਜੀਵਨ ਦਾ ਨਿਰਵਾਹ ਕਰਦੇ ਸਨ। ਜਿਵੇਂ ਸਾਡੇ ਅੱਜ ਕੱਲ੍ਹ ਸਮੇਂ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਲੋਕ ਵੱਖ-ਵੱਖ ਕਿੱਤਿਆਂ ਵਿੱਚ ਲੱਗੇ ਹੋਏ ਸਨ। ਇੱਕ ਹੀ ਵਪਾਰ ਵਿੱਚ ਲੋਕ ਆਪਣੇ ਆਪਣੇ ਗੁੱਟ ਬਣਾਉਂਦੇ ਸਨ, ਭਾਵ ਇੱਕ ਹੀ ਵਪਾਰ, ਭਾਵ ਮੰਨ ਲਓ ਕੋਈ ਬੰਦਾ ਕੱਪੜੇ ਦਾ ਕੰਮ ਕਰਦਾ ਤਾਂ ਕੱਪੜੇ ਵਿੱਚ ਵੀ ਅੱਗੇ ਕੋਈ ਰੈਡੀਮੇਡ ਦਾ ਕਰਦਾ, ਕੋਈ ਸੂਤੀ ਕੱਪੜੇ ਦਾ ਕਰਦਾ, ਕੋਈ ਉੱਨੀ ਕੱਪੜੇ ਦਾ ਕਰਦਾ। ਤਾਂ ਹਰੇਕ ਤਰ੍ਹਾਂ ਦੇ ਲੋਕਾਂ ਦੇ ਆਪਣੇ ਆਪਣੇ ਵਪਾਰ ਜਿਸ ਤਰ੍ਹਾਂ ਉਹ ਕਰਦੇ ਸਨ। ਇੱਕ ਹੀ ਵਪਾਰ ਵਿੱਚ ਲੱਗੇ ਹੋਏ ਲੋਕ ਆਪਣੇ ਆਪਣੇ ਗੁੱਟ, ਆਪਣੇ ਆਪਣੇ ਭਾਵ ਇੱਕ ਵੱਖਰੇ ਵੱਖਰੇ ਗਰੁੱਪ ਬਣਾਉਂਦੇ ਸਨ, ਜਿਨ੍ਹਾਂ ਨੂੰ ਸ਼੍ਰੇਣੀ, ਜਿਨ੍ਹਾਂ ਨੂੰ ਗਰੁੱਪ ਕਿਹਾ ਜਾਂਦਾ ਸੀ। ਹਰ ਸ਼੍ਰੇਣੀ ਦਾ ਆਪਣਾ ਮੁਖੀਆ ਹੁੰਦਾ ਸੀ, ਭਾਵ ਹਰ ਸ਼੍ਰੇਣੀ ਦਾ ਆਪਣਾ ਇੱਕ ਪ੍ਰਧਾਨ ਵੀ ਹੁੰਦਾ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਨਾਲ ਵੀ ਵਪਾਰ ਕੀਤਾ ਜਾਂਦਾ ਸੀ, ਭਾਵ ਹੋਰ ਦੇਸ਼ਾਂ ਨਾਲ ਵੀ ਵਪਾਰ ਕੀਤਾ ਜਾਂਦਾ ਸੀ। ਸਾਰੇ ਦੇਸ਼ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਸੀ।
ਕਈ ਰਸਤੇ ਬੰਦਰਗਾਹਾਂ ਤੱਕ ਜਾਂਦੇ ਸਨ, ਭਾਵ ਥਲ ਮਾਰਗ ਅਤੇ ਜਲ ਮਾਰਗ ਦੋਹਾਂ ਰਾਹੀਂ ਵਪਾਰ ਕੀਤਾ ਜਾਂਦਾ ਸੀ। ਹੋਰ ਕਈ ਰਸਤੇ ਵਿਦੇਸ਼ੀ ਮਾਰਗਾਂ ਨਾਲ ਜੁੜੇ ਹੋਏ ਸਨ। ਸਮੁੰਦਰ ਅਤੇ ਨਦੀਆਂ ਵਿੱਚ ਮਾਲ ਜਹਾਜ਼ਾਂ ਅਤੇ ਕਿਸ਼ਤੀਆਂ ਰਾਹੀਂ ਵੀ ਲਿਆਇਆ ਜਾਂਦਾ ਸੀ। ਵਪਾਰੀਆਂ ਦੇ ਗੁੱਟ, ਜਿਹੜੇ ਵਪਾਰੀਆਂ ਦੇ ਗੁੱਟ ਸੀ ਉਹਨਾਂ ਨੂੰ ਸਾਰਥਵਾਹ ਕਿਹਾ ਜਾਂਦਾ ਸੀ। ਵਪਾਰੀਆਂ ਦੇ ਗੁੱਟ ਨੂੰ ਸਾਰਥਵਾਹ ਕਹਿੰਦੇ ਸਨ। ਵਪਾਰੀਆਂ ਨੂੰ ਵਪਾਰ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਵਪਾਰੀ ਜਾਂਦੇ ਸਨ, ਜਿਵੇਂ ਅੱਜ ਕੱਲ੍ਹ ਜਾਂਦੇ ਹਨ। ਭਾਰਤੀ ਵਸਤੂਆਂ ਦੀ ਵਿਦੇਸ਼ਾਂ ਵਿੱਚ ਬੜੀ ਮੰਗ ਸੀ। ਵਸਤੂਆਂ ਦੀ ਖਰੀਦ ਵੇਚ ਲਈ ਤਾਂਬੇ ਅਤੇ ਚਾਂਦੀ ਦੇ, ਜਿਵੇਂ ਵੈਦਿਕ ਕਾਲ ਦੇ ਵਿੱਚ ਸਿੱਕੇ ਜਾਰੀ ਨਹੀਂ ਸਨ। ਵੈਦਿਕ ਕਾਲ ਦੇ ਵਿੱਚ ਆਮ ਤੌਰ 'ਤੇ ਜੋ ਹੁੰਦਾ ਸੀ ਉਹ ਹੁੰਦਾ ਸੀਗਾ ਵਟਾਂਦਰਾ ਪ੍ਰਣਾਲੀ, ਵਾਟਰ ਸਿਸਟਮ, ਅਤੇ ਜਾਂ ਗਊਆਂ ਦੀ ਗਿਣਤੀ ਨਾਲ ਕੀਮਤ ਨਿਰਧਾਰਿਤ ਕੀਤੀ ਜਾਂਦੀ ਸੀ। ਪਰ ਇਸ ਸਮੇਂ ਥੋੜ੍ਹਾ ਜ਼ਿਆਦਾ ਵਿਕਾਸ ਹੋ ਗਿਆ ਸੀ, ਦੂਜਾ ਨਗਰੀਕਰਨ ਆ ਗਿਆ ਸੀ, ਤਾਂ ਕਰਕੇ ਚਾਂਦੀ ਅਤੇ ਤਾਂਬੇ, ਸਿਲਵਰ ਐਂਡ ਕੋਪਰ ਦੇ ਕੋਇਨਸ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਸਿੱਕੇ ਇੱਕ ਨਿਸ਼ਚਿਤ ਵਜ਼ਨ, ਭਾਵ ਇਹਨਾਂ ਦਾ ਜੋ ਵੇਟ ਸੀ ਉਹ ਨਿਸ਼ਚਿਤ ਹੁੰਦਾ ਸੀ, ਪਰ ਇਹਨਾਂ ਦਾ ਜੋ ਸ਼ੇਪ ਸੀ, ਇਹਨਾਂ ਦਾ ਆਕਾਰ ਸੀ, ਉਹ ਕੋਈ ਨਿਸ਼ਚਿਤ ਨਹੀਂ ਹੁੰਦੀ ਸੀ। ਇਹਨਾਂ ਉੱਤੇ ਭਾਂਤ-ਭਾਂਤ ਦੀਆਂ ਸ਼ਕਲਾਂ ਦੇ ਠੱਪੇ ਲਾਏ ਜਾਂਦੇ, ਪੰਚ। ਇਹਨਾਂ ਨੂੰ ਆਹਤ ਜਾਂ ਠੱਪੇਦਾਰ ਸਿੱਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਚ ਮਾਰਕ ਕੋਇਨ, ਇਹਨਾਂ ਨੂੰ ਠੱਪੇਦਾਰ ਸਿੱਕੇ ਕਿਹਾ ਜਾਂਦਾ ਹੈ। ਲੋਕ ਰਾਜੇ ਨੂੰ ਕਰ ਦਿੰਦੇ ਸਨ। ਆਮ ਤੌਰ 'ਤੇ ਫਸਲ ਦਾ 6ਵਾਂ ਹਿੱਸਾ ਕਿਸਾਨਾਂ ਤੋਂ ਕਰ ਦੇ ਰੂਪ ਜੋ ਟੈਕਸ ਸੀ ਉਹ ਫਸਲ ਦਾ 1/6 ਹਿੱਸਾ ਲਿਆ ਜਾਂਦਾ ਸੀ। ਕਾਰਖਾਨਿਆਂ ਵਿੱਚ ਬਣੇ ਮਾਲ ਅਤੇ ਵਪਾਰ ਉੱਤੇ ਕਰ ਵਸਤੂਆਂ ਦੇ ਮੁੱਲ ਅਨੁਸਾਰ ਹੁੰਦਾ ਸੀ। ਜਿੰਨਾ ਕਿਸੇ ਵਸਤੂ ਦਾ ਮੁੱਲ ਤਾਂ ਟੈਕਸ ਉਸ ਅਨੁਸਾਰ ਹੁੰਦਾ ਸੀ।